ਹੈਲੋ ਬੱਚੋ, ਇਸ ਐਪੀਸੋਡ ਵਿੱਚ ਤੁਸੀਂ ਸਟਾਕ ਐਕਸਚੇਂਜ ਦੇ ਅਰਥ ਅਤੇ ਕੰਮਾਂ ਬਾਰੇ, NSEI, OTCEI ਦੇ ਉਦੇਸ਼ ਅਤੇ ਅਰਥ ਬਾਰੇ ਅਤੇ ਸਟਾਕ ਐਕਸਚੇਂਜ ਦੇ ਟ੍ਰੇਡਿੰਗ ਵਿਧੀ ਬਾਰੇ ਸਿੱਖੋਗੇ। ਜੁਆਇੰਟ ਸਟਾਕ ਕੰਪਨੀਆਂ, ਫਾਈਨੈਂਸ਼ੀਅਲ ਅਦਾਰੇ, ਕਮਰਸ਼ੀਅਲ ਬੈਂਕ, ਮਿਊਚੁਅਲ ਫੰਡ ਅਤੇ ਸਰਕਾਰ ਨੂੰ ਆਪਣੀਆਂ ਗਤੀਵਿਧੀਆਂ ਚਲਾਉਣ ਲਈ ਫੰਡਾਂ ਦੀ ਲੋੜ ਹੁੰਦੀ ਹੈ। ਫੰਡ ਪੈਦਾ ਕਰਨ ਲਈ ਇਹ ਸੰਸਥਾਵਾਂ ਵੱਖ-ਵੱਖ ਕਿਸਮ ਦੀਆਂ ਸਿਕਿਉਰਿਟੀਆਂ ਜਿਵੇਂ ਇਕੁਇਟੀ ਸ਼ੇਅਰ, ਪ੍ਰੈਫਰੈਂਸ ਸ਼ੇਅਰ, ਡਿਬੈਂਚਰ, ਬੌਂਡ, ਯੂਨਿਟ ਅਤੇ ਇਸ ਤਰ੍ਹਾਂ ਨੂੰ ਜਾਰੀ ਕਰਦੀਆਂ ਹਨ। ਇੱਕ ਵਾਰ ਸਿਕਿਉਰਿਟੀ ਜਾਰੀ ਹੋਣ ਤੋਂ ਬਾਅਦ ਨਿਵੇਸ਼ਕ ਉਨ੍ਹਾਂ ਨੂੰ ਸਮੇਂ-ਸਮੇਂ ਸਿਰ ਖਰੀਦਦੇ ਅਤੇ ਵੇਚਦੇ ਰਹਿੰਦੇ ਹਨ। ਇਸ ਮਾਰਕੀਟ ਨੂੰ ਸਟਾਕ ਐਕਸਚੇਂਜ ਕਿਹਾ ਜਾਂਦਾ ਹੈ। ਸਟਾਕ ਐਕਸਚੇਂਜ ਦੇ ਅਰਥ। ਇੱਕ ਸਟਾਕ ਐਕਸਚੇਂਜ ਵਿਸ਼ਾਲ ਪੱਧਰ ਤੇ ਸਥਾਪਿਤ ਮਾਰਕੀਟ ਹੈ ਜਿੱਥੇ ਸ਼ੇਅਰ, ਡਿਬੈਂਚਰ ਅਤੇ ਬੌਂਡਸ ਨੂੰ ਖਰੀਦਿਆ ਜਾਂ ਵੇਚਿਆ ਜਾ ਸਕਦਾ ਹੈ। ਇਸ ਦਾ ਮੁੱਖ ਕੰਮ ਸਿਕਿਉਰਿਟੀਆਂ ਵਿਚਕਾਰ ਸੰਬੰਧ ਬਣਾਉਣਾ ਹੁੰਦਾ ਹੈ ਤਾਂ ਕਿ ਨਿਵੇਸ਼ ਨੂੰ ਜਲਦੀ, ਸਸਤਾ ਅਤੇ ਉਚਿਤ ਢੰਗਾਂ ਨਾਲ ਹੱਥਾਂ ਵਿੱਚ ਬਦਲਿਆ ਜਾ ਸਕੇ। ਇਹ ਇੱਕ ਆਰਗੇਨਾਈਜ਼ਡ ਮਾਰਕੀਟ ਹੈ ਜਿੱਥੇ ਸੈਕਿੰਡ ਹੈਂਡ ਸਿਕਿਉਰਿਟੀਆਂ ਨੂੰ ਨਿਵੇਸ਼ ਅਤੇ ਸੱਟੇ ਲਈ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਇਸ ਲਈ ਇੱਕ ਸਟਾਕ ਐਕਸਚੇਂਜ ਨੂੰ ਸੈਕੰਡਰੀ ਮਾਰਕੀਟ ਵੀ ਕਿਹਾ ਜਾਂਦਾ ਹੈ। ਇਹ ਨਵੀਂ ਜਾਰੀ ਕਰਨ ਵਾਲੀ ਮਾਰਕੀਟ ਜੋ ਕਿ ਪ੍ਰਾਇਮਰੀ ਮਾਰਕੀਟ ਵੀ ਕਹੀ ਜਾਂਦੀ ਹੈ, ਉਹ ਤੋਂ ਭਿੰਨ ਹੈ। ਸਟਾਕ ਐਕਸਚੇਂਜ ਤੇ ਟ੍ਰੇਡ ਹੋਣ ਵਾਲੀ ਸਿਕਿਉਰਿਟੀਆਂ ਕੰਪਨੀਆਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਸ਼ਾਖਾਵਾਂ ਤੋਂ ਪਬਲਿਕ ਨੂੰ ਜਾਰੀ ਕਰਨ ਵਾਲੇ ਸ਼ੇਅਰਾਂ, ਡਿਬੈਂਚਰਾਂ ਅਤੇ ਬੌਂਡਸ ਤੋਂ ਬਣਦੀ ਹੈ। Under the Securities Contract Regulation Act 1956, the term stock exchange has been defined as an association, organization or body of individuals, whether incorporated or not, established for the purpose of assisting, regulating and controlling business in buying, selling and dealing in securities. ਭਾਵ ਇੱਕ ਐਸੋਸੀਏਸ਼ਨ, ਆਰਗੇਨਾਈਜੇਸ਼ਨ ਜਾਂ ਵਿਅਕਤੀਆਂ ਦੀ ਸ਼ਾਖਾ, ਕਾਰਪੋਰੇਟਡ ਜਾਂ ਇਨਕਾਰਪੋਰੇਟਡ ਜੋ ਸਿਕਿਉਰਿਟੀਆਂ ਦੇ ਖਰੀਦਣ, ਵੇਚਣ ਅਤੇ ਬਿਜ਼ਨਸ ਵਿੱਚ ਨਿਪਟਣ ਲਈ ਸਹਾਇਤਾ, ਰੈਗੂਲੇਟਿੰਗ ਅਤੇ ਬਿਜ਼ਨਸ ਨੂੰ ਕੰਟਰੋਲ ਕਰਨ ਲਈ ਬਣਾਈ ਹੁੰਦੀ ਹੈ। ਇਸ ਪ੍ਰਕਾਰ ਇੱਕ ਸਟਾਕ ਐਕਸਚੇਂਜ ਉਹ ਮਾਰਕੀਟ ਹੈ ਜਿੱਥੇ ਐਕਸਚੇਂਜ ਦੇ ਮੈਂਬਰਾਂ ਦੇ ਆਪਣੇ ਅਤੇ ਦੂਜਿਆਂ ਦੇ ਆਧਾਰ ਤੇ ਬਣਾਈਆਂ ਸੂਚੀ ਸਿਕਿਉਰਿਟੀਆਂ ਤੇ ਵਿਵਹਾਰ ਕੀਤਾ ਜਾਂਦਾ ਹੈ। ਸਟਾਕ ਐਕਸਚੇਂਜ ਦੇ ਮੁੱਖ ਲੱਛਣ ਜਾਂ ਵਿਸ਼ੇਸ਼ਤਾਵਾਂ ਹਨ। ਪਹਿਲਾ, ਇਹ ਇੱਕ ਸਥਾਨ ਹੈ ਜਿੱਥੇ ਸਿਕਿਉਰਿਟੀਆਂ ਖਰੀਦੀਆਂ ਅਤੇ ਵੇਚੀਆਂ ਜਾਂਦੀਆਂ ਹਨ। ਦੂਜਾ, ਸਟਾਕ ਐਕਸਚੇਂਜ ਵਿਅਕਤੀਆਂ ਦੀ ਐਸੋਸੀਏਸ਼ਨ ਹੈ, ਚਾਹੇ ਇਨਕਾਰਪੋਰੇਟਡ ਜਾਂ ਕਾਰਪੋਰੇਟਡ ਹੋਏ। ਤੀਜਾ, ਐਕਸਚੇਂਜ ਵਿੱਚ ਟ੍ਰੇਡਿੰਗ ਨੂੰ ਸਖਤੀ ਨਾਲ ਚਲਾਇਆ ਜਾਂਦਾ ਹੈ ਅਤੇ ਵੱਖ-ਵੱਖ ਟ੍ਰਾਂਜੈਕਸ਼ਨਾਂ ਲਈ ਰੂਲਸ ਅਤੇ ਰੈਗੂਲੇਸ਼ਨ ਨਿਰਧਾਰਿਤ ਕੀਤੇ ਜਾਂਦੇ ਹਨ। ਚੌਥਾ, ਦੋਨੋਂ ਜਾਇਜ਼ ਨਿਵੇਸ਼ਕ ਅਤੇ ਸੱਟੇਬਾਜ਼ ਸ਼ੇਅਰ ਖਰੀਦ ਅਤੇ ਵੇਚ ਸਕਦੇ ਹਨ। ਕਾਰਪੋਰੇਸ਼ਨਾਂ, ਟਰਸਟਾਂ, ਸਰਕਾਰਾਂ, ਮਿਊਨਿਸਪਲ ਕਾਰਪੋਰੇਸ਼ਨਾਂ ਆਦਿ ਦੀਆਂ ਸਿਕਿਉਰਿਟੀਆਂ ਨੂੰ ਸਟਾਕ ਐਕਸਚੇਂਜ ਵਿੱਚ ਵਿਚਾਰਿਆ ਜਾਂਦਾ ਹੈ। ਇੱਕ ਦੇਸ਼ ਦੇ ਆਰਥਿਕ ਵਿਕਾਸ ਵਿੱਚ ਸਟਾਕ ਐਕਸਚੇਂਜਾਂ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਆਓ ਹੁਣ ਅਸੀਂ ਉਹਦੀਆਂ ਮਹੱਤਵਪੂਰਨ ਭੂਮਿਕਾ ਦੇ ਬਾਰੇ ਵਿੱਚ ਚਰਚਾ ਕਰਦੇ ਹਾਂ ਜੋ ਕਿ ਉਹਨਾਂ ਦੇ ਕੰਮਾਂ ਤੋਂ ਸਾਫ਼ ਹੈ। ਪੂੰਜੀ ਦੇ ਉਤਾਰਨ ਨੂੰ ਦ੍ਰਿੜ ਕਰਨਾ, ਸਿਕਿਉਰਿਟੀਆਂ ਲਈ ਲਗਾਤਾਰ ਮਾਰਕੀਟ ਮੁਹੱਈਆ ਕਰਨਾ, ਸਿਕਿਉਰਿਟੀਆਂ ਦਾ ਮੁਲਾਂਕਣ, ਵਾਧੂ ਬਚਤਾਂ ਨੂੰ ਵਰਤਣਾ, ਪੂੰਜੀ ਬਣਾਉਣ ਵਿੱਚ ਮਦਦਗਾਰ, ਨਵੀਂ ਪੂੰਜੀ ਪੈਦਾ ਕਰਨ ਵਿੱਚ ਮਦਦਗਾਰ, ਵਿਵਹਾਰ ਵਿੱਚ ਸੁਰੱਖਿਆ, ਸਿਕਿਉਰਿਟੀਆਂ ਦੀ ਸੂਚੀ, ਪਬਲਿਕ ਡੈਟ ਲਈ ਪਲੇਟਫਾਰਮ, ਬਿਜ਼ਨਸ ਜਾਣਕਾਰੀ ਦਾ ਕਲੀਅਰਿੰਗ ਹਾਊਸ ਅਤੇ ਇਕਨੋਮਿਕ ਬੈਰੋਮੀਟਰ। ਪਹਿਲਾ,
ਪੂੰਜੀ ਦੇ ਉਤਾਰਨ ਨੂੰ ਦ੍ਰਿੜ ਕਰਨਾ। ਐਕਸਚੇਂਜਾਂ ਇੱਕ ਤਿਆਰ ਮਾਰਕੀਟ ਪ੍ਰਦਾਨ ਕਰਦੀਆਂ ਹਨ ਜਿੱਥੇ ਖਰੀਦਦਾਰ ਅਤੇ ਵੇਚਦਾਰ ਹਮੇਸ਼ਾ ਉਪਲਬਧ ਹੁੰਦੇ ਹਨ ਅਤੇ ਉਹ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨਕਦੀ ਦੀ ਲੋੜ ਹੁੰਦੀ ਹੈ ਆਪਣੀਆਂ ਸੰਪਤੀਆਂ ਨੂੰ ਵੇਚ ਸਕਦੇ ਹਨ। ਜੇਕਰ ਇਹ ਸੰਭਵ ਨਹੀਂ ਸੀ ਤਾਂ ਬਹੁਤ ਸਾਰੇ ਵਿਅਕਤੀਆਂ ਨੂੰ ਸਿਕਿਉਰਿਟੀਆਂ ਵਿੱਚ ਆਪਣੀਆਂ ਬਚਤਾਂ ਦੇ ਰੁਕ ਜਾਣ ਦਾ ਡਰ ਹੋਣਾ ਸੀ। ਦੂਜਾ, ਸਿਕਿਉਰਿਟੀਆਂ ਲਈ ਲਗਾਤਾਰ ਮਾਰਕੀਟ ਦਾ ਮੁਹੱਈਆ ਕਰਨਾ। ਸਟਾਕ ਐਕਸਚੇਂਜ ਸਿਕਿਉਰਿਟੀਆਂ ਲਈ ਇੱਕ ਤਿਆਰ ਮਾਰਕੀਟ ਮੁਹੱਈਆ ਕਰਦੀ ਹੈ। ਸਿਕਿਉਰਿਟੀਆਂ ਜਿਨ੍ਹਾਂ ਦੀ ਇੱਕ ਵਾਰ ਸੂਚੀ ਬਣ ਜਾਏ ਐਕਸਚੇਂਜ ਵਿੱਚ ਚਲਦੀਆਂ ਰਹਿੰਦੀਆਂ ਹਨ, ਇਸ ਤੱਥ ਤੋਂ ਇਲਾਵਾ ਕਿ ਉਨ੍ਹਾਂ ਦੇ ਮਾਲਿਕ ਬਦਲਾਵਾਂ ਵਿੱਚ ਨਾ ਜਾਣ। ਤੀਜਾ, ਸਿਕਿਉਰਿਟੀਆਂ ਦਾ ਮੁਲਾਂਕਣ। ਉਨ੍ਹਾਂ ਸਿਕਿਉਰਿਟੀਆਂ ਲਈ ਵੱਖ-ਵੱਖ ਐਕਸਚੇਂਜਾਂ ਤੇ ਦਰਸਾਈਆਂ ਕੀਮਤਾਂ ਤੋਂ ਨਿਵੇਸ਼ਕ ਆਪਣੀਆਂ ਬਚਤਾਂ ਦੀ ਕੀਮਤ ਦਾ ਮੁਲਾਂਕਣ ਕਰ ਸਕਦੇ ਹਨ। ਸਿਕਿਉਰਿਟੀਆਂ ਦੀ ਬੋਲੀ ਲੋੜ ਅਤੇ ਸਪਲਾਈ ਦੇ ਖੁੱਲ੍ਹੇ ਵਾਤਾਵਰਣ ਲਈ ਹੁੰਦੀ ਹੈ ਅਤੇ ਕੀਮਤਾਂ ਨੂੰ ਆਜ਼ਾਦ ਮਾਰਕੀਟ ਦੇ ਆਧਾਰ ਤੇ ਸਥਾਪਿਤ ਕੀਤਾ ਜਾਂਦਾ ਹੈ। ਚੌਥਾ, ਵਾਧੂ ਬਚਤਾਂ ਨੂੰ ਵਰਤਣਾ। ਵੱਖ-ਵੱਖ ਸਿਕਿਉਰਿਟੀਆਂ ਲਈ ਸਟਾਕ ਐਕਸਚੇਂਜਾਂ ਇੱਕ ਤਿਆਰ ਮਾਰਕੀਟ ਮੁਹੱਈਆ ਕਰਦੀਆਂ ਹਨ। ਨਿਵੇਸ਼ਕਾਂ ਨੂੰ ਐਕਸਚੇਂਜਾਂ ਤੋਂ ਸ਼ੇਅਰ, ਬੌਂਡ ਆਦਿ ਨੂੰ ਖਰੀਦ ਕੇ ਆਪਣੀਆਂ ਬਚਤਾਂ ਨੂੰ ਖਰਚ ਕਰਨ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਉਂਦੀ। ਪੰਜਵਾਂ, ਨਵੀਂ ਪੂੰਜੀ ਪੈਦਾ ਕਰਨ ਵਿੱਚ ਮਦਦਗਾਰ। ਨਵੀਆਂ ਇਕਾਈਆਂ ਲਈ ਸ਼ੇਅਰ ਸਟਾਕ ਐਕਸਚੇਂਜ ਵਿੱਚ ਦਰਜ ਹੁੰਦੇ ਹਨ ਅਤੇ ਮੌਜੂਦ ਕੰਪਨੀਆਂ ਆਪਣੇ ਸ਼ੇਅਰਾਂ ਨੂੰ ਦਲਾਲਾਂ ਆਦਿ ਦੁਆਰਾ ਐਕਸਚੇਂਜਾਂ ਤੇ ਵੇਚ ਵੀ ਸਕਦੀਆਂ ਹਨ। ਦੋਨਾਂ ਨਵੀਆਂ ਅਤੇ ਪੁਰਾਣੀਆਂ ਇਕਾਈਆਂ ਦੁਆਰਾ ਪੂੰਜੀ ਪੈਦਾ ਕਰਨ ਲਈ ਐਕਸਚੇਂਜਾਂ ਮਦਦਗਾਰ ਸਾਬਿਤ ਹੁੰਦੀਆਂ ਹਨ। ਰੁਚੀ ਰੱਖਣ ਵਾਲੇ ਖਰੀਦਦਾਰ ਵੀ ਆਪਣੇ ਪੈਸੇ ਨੂੰ ਸਿਕਿਉਰਿਟੀਆਂ ਵਿੱਚ ਖਰਚ ਕਰਨ ਲਈ ਐਕਸਚੇਂਜਾਂ ਨਾਲ ਜੁੜੇ ਰਹਿੰਦੇ ਹਨ। ਛਟਾ, ਵਿਵਹਾਰ ਵਿੱਚ ਸੁਰੱਖਿਆ। ਵਪਾਰਕ ਸਮਝੌਤਿਆਂ ਨੂੰ ਸਟਾਕ ਐਕਸਚੇਂਜ ਤੇ ਸਿਕਿਉਰਿਟੀ ਕੰਟਰੈਕਟ ਰੈਗੂਲੇਸ਼ਨ ਐਕਟ 1956 ਦੇ ਚੰਗੀ ਤਰ੍ਹਾਂ ਸਥਾਪਿਤ ਨਿਯਮਾਂ ਅਤੇ ਰੈਗੂਲੇਸ਼ਨਾਂ ਦੁਆਰਾ ਚਲਾਇਆ ਜਾਂਦਾ ਹੈ। ਉੱਥੇ ਟ੍ਰਾਂਜੈਕਸ਼ਨ ਨੂੰ ਮੈਨੀਪੂਲੇਟ ਕਰਨ ਦਾ ਕੋਈ ਮੌਕਾ ਨਹੀਂ ਹੁੰਦਾ। ਵਿਵਹਾਰਤਾ ਵਿੱਚ ਸੁਰੱਖਿਆ ਸਾਰੀਆਂ ਸੰਬੰਧਿਤ ਪਾਰਟੀਆਂ ਦੇ ਮਨਾਂ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ ਅਤੇ ਵੱਖ-ਵੱਖ ਲੈਣ ਦੇਣ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ। ਸੱਤਵਾਂ, ਸਿਕਿਉਰਿਟੀਆਂ ਦੀ ਸੂਚੀ। ਕੇਵਲ ਸੂਚੀਆਂ ਵਾਲੀਆਂ ਸਿਕਿਉਰਿਟੀਆਂ ਨੂੰ ਹੀ ਖਰੀਦਿਆ ਜਾਂ ਵੇਚਿਆ ਜਾ ਸਕਦਾ ਹੈ। ਹਰੇਕ ਇੱਛਤ ਕੰਪਨੀ ਨੂੰ ਇਸ ਦੀਆਂ ਸਿਕਿਉਰਿਟੀਆਂ ਨੂੰ ਸੂਚੀ ਵਿੱਚ ਸ਼ਾਮਿਲ ਕਰਨ ਲਈ ਐਕਸਚੇਂਜ ਅਧਿਕਾਰੀਆਂ ਕੋਲ ਅਪਲਾਈ ਕਰਨਾ ਪੈਂਦਾ ਹੈ। ਕੰਪਨੀ ਦੀ ਪੂੰਜੀ ਰਚਨਾ, ਮੈਨੇਜਮੈਂਟ ਅਤੇ ਪ੍ਰੋਸਪੈਕਟਾਂ ਦਾ ਨਿਰੀਖਣ ਕਰਨ ਤੋਂ ਬਾਅਦ ਹੀ ਲਿਸਟਿੰਗ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਸਿਕਿਉਰਿਟੀਆਂ ਬਾਰੇ ਨਿਵੇਸ਼ਕ ਆਪਣੇ ਦ੍ਰਿਸ਼ਟੀਕੋਣ ਬਣਾ ਸਕਦੇ ਹਨ ਕਿਉਂਕਿ ਸਿਕਿਉਰਿਟੀ ਦੀ ਲਿਸਟਿੰਗ ਕੰਪਨੀ ਦੀ ਫਾਈਨੈਂਸ਼ੀਅਲ ਸਥਿਰਤਾ ਦੀ ਗਾਰੰਟੀ ਨਹੀਂ ਦਿੰਦੀ। ਅੱਠਵਾਂ, ਪਬਲਿਕ ਡੈਬਿਟ ਲਈ ਪਲੇਟਫਾਰਮ। ਸਟਾਕ ਐਕਸਚੇਂਜ ਪਬਲਿਕ ਕਰਜ਼ਿਆਂ ਲਈ ਇੱਕ ਪਲੇਟਫਾਰਮ ਮੁਹੱਈਆ ਕਰਦੀ ਹੈ। ਸਟਾਕ ਐਕਸਚੇਂਜ ਸਰਕਾਰੀ ਸਿਕਿਉਰਿਟੀਆਂ ਦੀ ਇੱਕ ਆਰਗੇਨਾਈਜ਼ਡ ਮਾਰਕੀਟ ਵੀ ਹੈ। ਭਾਵੇਂ ਕਿ ਸਰਕਾਰੀ ਸਿਕਿਉਰਿਟੀਆਂ ਲਈ ਅਲੱਗ ਕਾਊਂਟਰ ਨਹੀਂ ਹੈ, ਪਰੰਤੂ ਇਨ੍ਹਾਂ ਸਿਕਿਉਰਿਟੀਆਂ ਨੂੰ ਦਲਾਲਾਂ ਦੁਆਰਾ ਡੀਲ ਕੀਤਾ ਜਾਂਦਾ ਹੈ। ਨੌਵਾਂ, ਬਿਜ਼ਨਸ ਜਾਣਕਾਰੀ ਦਾ ਕਲੀਅਰਿੰਗ ਹਾਊਸ। ਐਕਸਚੇਂਜ ਕੋਲ ਸੂਚੀ ਵਿੱਚ ਆਉਣ ਵਾਲੀਆਂ ਕੰਪਨੀਆਂ ਨੂੰ ਫਾਈਨੈਂਸ਼ੀਅਲ ਸਟੇਟਮੈਂਟਾਂ, ਸਾਲਾਨਾ ਰਿਪੋਰਟਾਂ ਅਤੇ ਹੋਰ ਦੂਜੀਆਂ ਰਿਪੋਰਟਾਂ ਨੂੰ ਕਾਰਪੋਰੇਸ਼ਨਾਂ ਤੇ ਆਪਰੇਸ਼ਨਾਂ ਅਤੇ ਕੰਮਾਂ ਦੀ ਜ਼ਿਆਦਾ ਤੋਂ ਜ਼ਿਆਦਾ ਲੋਕਪ੍ਰਿਯਤਾ ਨੂੰ ਦ੍ਰਿੜ ਕਰਨ ਲਈ ਮੁਹੱਈਆ ਕਰਨਾ ਪੈਂਦਾ ਹੈ। ਸਟਾਕ ਐਕਸਚੇਂਜਾਂ ਤੇ ਮੁਹੱਈਆ ਆਰਥਿਕ ਅਤੇ ਹੋਰ ਜਾਣਕਾਰੀ ਕੰਪਨੀਆਂ ਨੂੰ ਆਪਣੀਆਂ ਪਾਲਿਸੀਆਂ ਦੇ ਫੈਸਲੇ ਲੈਣ ਵਿੱਚ ਮਦਦ ਕਰਦੀ ਹੈ। 10ਵਾਂ, ਇਕਨੋਮਿਕ ਬੈਰੋਮੀਟਰ। ਦੇਸ਼ ਵਿੱਚ ਬਿਜ਼ਨਸ ਦੀਆਂ ਹਾਲਤਾਂ ਨੂੰ ਜਾਣਨ ਲਈ ਸਟਾਕ ਐਕਸਚੇਂਜ ਇੱਕ ਬਹੁਤ ਸੈਂਸਿਟਿਵ ਬੈਰੋਮੀਟਰ ਹੈ।
ਵਪਾਰ ਵਿੱਚ ਅਚਾਨਕ ਵਾਧੇ, ਉਦਾਸੀਆਂ ਅਤੇ ਹੋਰ ਮਹੱਤਵਪੂਰਨ ਕਿਰਿਆਵਾਂ ਸਿਕਿਉਰਟੀਆਂ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਸਟਾਕ ਐਕਸਚੇਂਜ ਤੇ ਕੀਮਤਾਂ ਦਾ ਰੁਝਾਨ ਦੇਸ਼ ਵਿੱਚ ਆਰਥਿਕ ਵਾਤਾਵਰਣ ਨੂੰ ਸੁਨਿਸ਼ਚਿਤ ਕਰਦਾ ਹੈ। ਸਟਾਕ ਐਕਸਚੇਂਜਾਂ ਬਿਜ਼ਨਸ ਟ੍ਰਾਂਜੈਕਸ਼ਨਾਂ ਜਾਂ ਗਤੀਵਿਧੀਆਂ ਦਾ ਮੁੱਖ ਥੀਏਟਰ ਹੀ ਨਹੀਂ ਹੈ, ਇਸ ਦੇ ਨਾਲ ਉਹ ਬੈਰੋਮੀਟਰ ਵੀ ਹੈ ਜਿਹੜਾ ਦੇਸ਼ ਅੰਦਰ ਆਮ ਬਿਜ਼ਨਸ ਹਾਲਤਾਂ ਨੂੰ ਇਸ਼ਾਰਾ ਕਰਦਾ ਹੈ। ਭਾਰਤ ਵਿੱਚ ਸਟਾਕ ਐਕਸਚੇਂਜਾਂ ਨੂੰ ਸਿਕਿਉਰਿਟੀ ਕੰਟਰੈਕਟ ਰੈਗੂਲੇਸ਼ਨ ਐਕਟ 1956 ਦੇ ਤਹਿਤ ਮਾਨਤਾ ਪ੍ਰਾਪਤ ਹੈ। ਵਰਤਮਾਨ ਵਿੱਚ ਭਾਰਤ ਵਿੱਚ 24 ਸਟਾਕ ਐਕਸਚੇਂਜਾਂ ਮਾਨਤਾ ਪ੍ਰਾਪਤ ਹਨ ਜੋ ਸਥਿਰ ਹਨ। ਮੁੰਬਈ, ਕੋਲਕਾਤਾ, ਚੇਨਈ, ਦਿੱਲੀ, ਅਹਿਮਦਾਬਾਦ, ਹੈਦਰਾਬਾਦ, ਬੈਂਗਲੋਰ, ਇੰਦੌਰ, कोचिन, कानपुर, पूना, लुधियाना, गुवाहाटी, मंगलोर, पटना, जयपुर, भुवनेश्वर, कोयम्बटूर, राजकोट ਅਤੇ ਵਡੋਦਰਾ। ਵਪਾਰ ਕੇਵਲ ਉੱਥੇ ਹੀ ਕੀਤਾ ਜਾਂਦਾ ਹੈ ਜਿੱਥੇ ਐਕਸਚੇਂਜ ਹੁੰਦੀ ਹੈ। ਇਸ ਤੋਂ ਇਲਾਵਾ ਦੋ ਰਾਸ਼ਟਰ ਪੱਧਰੀ ਸਟਾਕ ਐਕਸਚੇਂਜਾਂ ਹਨ, ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ NSEI ਅਤੇ ਓਵਰ ਦ ਕਾਊਂਟਰ ਐਕਸਚੇਂਜ ਆਫ ਇੰਡੀਆ OTCEI। ਸਾਰੇ ਭਾਰਤ ਦੀਆਂ ਐਕਸਚੇਂਜਾਂ ਵਿੱਚ ਆਨਲਾਈਨ ਵਪਾਰ ਕੀਤਾ ਜਾ ਸਕਦਾ ਹੈ ਜਦੋਂ ਕਿਤੇ ਵੀ ਬੈਠੇ ਹੋਈਏ। ਬਿਜ਼ਨਸ ਦੇ ਦ੍ਰਿਸ਼ਟੀਕੋਣ ਤੋਂ ਮੁੰਬਈ ਸਟਾਕ ਐਕਸਚੇਂਜ ਪਹਿਲੇ ਨੰਬਰ ਤੇ ਹੈ। ਇੱਕ ਹੋਰ ਮਹੱਤਵਪੂਰਨ ਐਕਸਚੇਂਜ ਕੋਲਕਾਤਾ ਵਿੱਚ ਹੈ। ਹਰ ਇੱਕ ਸਟਾਕ ਐਕਸਚੇਂਜ ਨੂੰ ਬੋਰਡ ਆਫ ਡਾਇਰੈਕਟਰ ਜਾਂ ਗਵਰਨਿੰਗ ਬੋਰਡ ਜਾਂ ਇੱਕ ਐਗਜ਼ੀਕਿਊਟਿਵ ਕਮੇਟੀ ਦੁਆਰਾ ਚਲਾਇਆ ਜਾਂਦਾ ਹੈ। ਸਟਾਕ ਐਕਸਚੇਂਜ ਦੇ ਮੈਂਬਰਾਂ ਨੂੰ ਗਵਰਨਿੰਗ ਬੋਰਡ ਜਾਂ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰਾਂ ਦੁਆਰਾ ਚੁਣਿਆ ਜਾਂਦਾ ਹੈ। ਆਓ ਹੁਣ ਅਸੀਂ ਦੋਨੋਂ ਰਾਸ਼ਟਰੀ ਪੱਧਰੀ ਸਟਾਕ ਐਕਸਚੇਂਜਾਂ ਤੇ ਵਿਸਤਾਰ ਵਿੱਚ ਚਰਚਾ ਕਰਦੇ ਹਾਂ। ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ NSEI ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਚਿਊਟ ਜਿਵੇਂ IDBI, ICICI, IFCI ਅਤੇ ਪਬਲਿਕ ਸੈਕਟਰ ਕਮਰਸ਼ੀਅਲ ਬੈਂਕ ਨੇ ਨਵੰਬਰ 1992 ਵਿੱਚ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਨੂੰ ਸਥਾਪਿਤ ਕੀਤਾ। ਇਸ ਨੇ ਆਪਣਾ ਕੰਮ 1 ਜੁਲਾਈ 1994 ਵਿੱਚ ਸ਼ੁਰੂ ਕੀਤਾ। NSEI ਦੇਸ਼ ਪੱਧਰੀ ਅਤੇ ਆਨਲਾਈਨ ਟ੍ਰੇਡਿੰਗ ਸਹੂਲਤਾਂ ਅਤੇ ਇਲੈਕਟ੍ਰੋਨਿਕ ਕਲੀਅਰਿੰਗ ਅਤੇ ਸੈਟਲਮੈਂਟ ਸਿਸਟਮ ਪ੍ਰਦਾਨ ਕਰਦੀ ਹੈ। ਇਸ ਵਿੱਚ ਕੋਈ ਵੀ ਟ੍ਰੇਡਿੰਗ ਹਾਲ ਨਹੀਂ ਹੈ ਅਤੇ ਮੈਂਬਰ ਆਪਣੀਆਂ ਸਿਕਿਉਰਟੀਆਂ ਆਪਣੇ ਕੰਪਿਊਟਰ ਟਰਮੀਨਲਾਂ ਦੁਆਰਾ ਵੇਚ ਅਤੇ ਖਰੀਦ ਸਕਦੇ ਹਨ, ਜੋ ਕਿ NSEI ਤੇ ਸੈਂਟਰਲ ਕੰਪਿਊਟਰ ਨਾਲ ਜੁੜੇ ਹੋਏ ਹੁੰਦੇ ਹਨ। NSEI ਦੇ ਸੁਭਾਅ। ਪਹਿਲਾ, ਇਹ ਇੱਕ ਰਾਸ਼ਟਰ ਪੱਧਰੀ ਐਕਸਚੇਂਜ ਹੈ। ਇਸ ਦੀ ਕਾਰਜ ਪ੍ਰਣਾਲੀ ਲਗਭਗ ਸਾਰੇ ਦੇਸ਼ ਨੂੰ ਸਮੇਟਦੀ ਹੈ। ਦੂਜਾ, ਇਹ ਕਮਰਸ਼ੀਅਲ ਲਾਈਨਾਂ ਤੇ ਸਥਾਪਿਤ ਅਤੇ ਚਲਾਈ ਜਾਂਦੀ ਹੈ। ਇਹ ਇੱਕ ਲਾਭ ਕਮਾਉਣ ਵਾਲੀ ਕੰਪਨੀ ਹੈ। ਤੀਜਾ, ਸਾਰੀਆਂ ਕੰਪਨੀਆਂ ਲਈ ਦਰਸਾਏ ਨੋਰਮਸ ਉਨ੍ਹਾਂ ਦੇ ਕੰਮਾਂ ਦੇ ਬਾਵਜੂਦ ਸਮਾਨ ਹਨ। ਚੌਥਾ, ਇਹ ਦੋਨਾਂ ਇਕੁਇਟੀ ਅਤੇ ਡੈਬਿਟ ਸਿਕਿਉਰਟੀਆਂ ਵਿੱਚ ਵਪਾਰ ਕਰਦੀ ਹੈ। ਪੰਜਵਾਂ, ਟ੍ਰਾਂਜੈਕਸ਼ਨਾਂ ਨੂੰ 15 ਦਿਨਾਂ ਦੇ ਅੰਦਰ ਸਹੀ ਕਰ ਲਿਆ ਜਾਂਦਾ ਹੈ। ਛਠਾ, ਇਹ ਇੱਕ ਇਲੈਕਟ੍ਰੋਨਿਕ ਸਕਰੀਨ ਬੇਸਡ ਸਿਸਟਮ ਹੈ ਜਿੱਥੇ ਮੈਂਬਰ ਵਪਾਰ ਨੂੰ ਸਮਾਨ ਰੂਪ ਵਿੱਚ ਪਹੁੰਚ ਕਰ ਸਕਦੇ ਹਨ। ਸੱਤਵਾਂ, ਸਾਰੀਆਂ ਟ੍ਰਾਂਜੈਕਸ਼ਨਾਂ ਨੈਸ਼ਨਲ ਸਿਕਿਉਰਿਟੀਆਂ ਕਲੀਅਰਿੰਗ ਕਾਰਪੋਰੇਸ਼ਨ NSCC ਦੁਆਰਾ ਗਾਰੰਟੀਸ਼ੁਦਾ ਹੁੰਦੀਆਂ ਹਨ। NSEI ਨੂੰ ਵੱਖ-ਵੱਖ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਸਥਾਪਿਤ ਕੀਤਾ ਗਿਆ ਹੈ। ਆਓ ਹੁਣ ਅਸੀਂ ਉਹਨਾਂ ਉਦੇਸ਼ਾਂ ਬਾਰੇ ਵਿਸਤਾਰ ਵਿੱਚ ਚਰਚਾ ਕਰਦੇ ਹਾਂ। ਰਾਸ਼ਟਰੀ ਵਿਆਪਕ ਵਪਾਰਿਕ ਸਹੂਲਤ, ਕਟੌਤੀ ਨੂੰ ਸਮਾਪਤ ਕਰਨਾ, ਟ੍ਰਾਂਜੈਕਸ਼ਨਸ ਦੇ ਰੈਗੂਲੇਸ਼ਨ, ਅਮਾਨਤ ਦੇ ਸਿਸਟਮ ਦੀ ਪਹਿਚਾਣ ਕਰਨਾ, ਇਲੈਕਟ੍ਰੋਨਿਕ ਨਿਪਟਾਰਾ,
ਅੰਤਰਰਾਸ਼ਟਰੀ ਮਿਆਰਾਂ ਨਾਲ ਭਰਪੂਰ। ਪਹਿਲਾ, ਰਾਸ਼ਟਰ ਵਿਆਪਕ ਵਪਾਰਕ ਸਹੂਲਤ। NSEI ਨੂੰ ਰਾਸ਼ਟਰ ਪੱਧਰੀ ਸਹੂਲਤ ਲਈ ਇਕੁਇਟੀ, ਡੈਬਿਟ ਦਸਤਾਵੇਜ਼ਾਂ ਆਦਿ ਲਈ ਸਥਾਪਿਤ ਕੀਤਾ ਗਿਆ ਸੀ। ਰਾਸ਼ਟਰ ਪੱਧਰ ਤੇ ਦਸਤਾਵੇਜ਼ਾਂ ਦੀਆਂ ਕੀਮਤਾਂ ਦੇ ਸੰਚਾਲਨ ਕਰਨ ਲਈ ਸਹੂਲਤ ਦਿੱਤੀ ਗਈ ਸੀ। ਖੇਤਰੀ ਸਟਾਕ ਐਕਸਚੇਂਜ ਦੀ ਸੂਰਤ ਅੰਦਰ ਕੁਝ ਦਸਤਾਵੇਜ਼ਾਂ ਦੀ ਕੀਮਤਾਂ ਬਹੁਤ ਜ਼ਿਆਦਾ ਘਟਦੀਆਂ ਵੱਧਦੀਆਂ ਰਹਿੰਦੀਆਂ ਹਨ। ਖੇਤਰੀ ਖਾਮੀਆਂ ਤੋਂ ਬਚਣ ਲਈ ਅਤੇ ਕੀਮਤਾਂ ਵਿੱਚ ਟ੍ਰਾਂਸਪੇਰੈਂਸੀ ਨੂੰ ਉਤਸ਼ਾਹਿਤ ਕਰਨ ਲਈ NSEI ਨੂੰ ਸਥਾਪਿਤ ਕੀਤਾ ਗਿਆ ਸੀ। ਦੂਜਾ, ਕਟੌਤੀ ਨੂੰ ਸਮਾਪਤ ਕਰਨਾ। ਖੇਤਰੀ ਸਟਾਕ ਐਕਸਚੇਂਜਾਂ ਤੇ ਦਲਾਲ ਲਾਭ ਕਮਾਉਣ ਲਈ ਦਸਤਾਵੇਜ਼ਾਂ ਦੀਆਂ ਕੀਮਤਾਂ ਤੇ ਕਟੌਤੀ ਕਰਦੇ ਹਨ। ਕਾਰਜ ਪ੍ਰਣਾਲੀ ਉੱਥੋਂ ਸ਼ੇਅਰ ਖਰੀਦੇ ਜਾਂਦੇ ਸਨ ਜਿੱਥੇ ਕੀਮਤ ਘੱਟ ਹੁੰਦੀ ਸੀ ਅਤੇ ਉਸ ਜਗ੍ਹਾ ਤੇ ਵੇਚੇ ਜਾਂਦੇ ਸਨ ਜਿੱਥੇ ਇਸ ਦੀ ਕੀਮਤ ਜ਼ਿਆਦਾ ਹੁੰਦੀ ਹੈ। ਅਣਜਾਣ ਨਿਵੇਸ਼ਕਾਂ ਦੀ ਕੀਮਤ ਤੇ ਦਲਾਲ ਅਲੱਗ-ਅਲੱਗ ਜਗ੍ਹਾ ਤੇ ਸੰਬੰਧ ਬਣਾ ਕੇ ਕੀਮਤਾਂ ਦੇ ਅੰਤਰ ਤੇ ਲਾਭ ਕਮਾਉਂਦੇ ਰਹਿੰਦੇ ਹਨ। NSEI ਇੱਕ ਐਕਸਚੇਂਜ ਹੈ ਜੋ ਕਿ ਇੰਟਰਨੈਟ ਨੈਟਵਰਕ ਦੀ ਸਹਾਇਤਾ ਨਾਲ ਪੂਰੀ ਦੇਸ਼ ਵਿੱਚ ਚਲਾਈ ਜਾਂਦੀ ਹੈ ਤਾਂ ਕਿ ਅਜਿਹੇ ਅਭਿਆਸਾਂ ਨੂੰ ਖਤਮ ਕੀਤਾ ਜਾ ਸਕੇ। ਤੀਜਾ, ਟ੍ਰਾਂਜੈਕਸ਼ਨਾਂ ਦੇ ਰੈਗੂਲੇਸ਼ਨ। NSEI ਦਾ ਉਦੇਸ਼ ਇਨਬਿਲਟ ਮਕੈਨਿਜ਼ਮ ਨੂੰ ਪ੍ਰਾਪਤ ਕਰਨਾ ਹੈ ਜੋ ਵਪਾਰ ਨੂੰ ਚਲਾ ਸਕੇ। NSEI ਸਿਸਟਮ ਨੂੰ ਪਹਿਲਾਂ ਦਿੱਤੀਆਂ ਹਦਾਇਤਾਂ ਦੇ ਆਧਾਰ ਤੇ ਚਲਾਇਆ ਜਾਂਦਾ ਹੈ। ਉਦਾਹਰਣ ਲਈ ਇਸ ਵਿੱਚ ਇੱਕ ਆਟੋਮੈਟਿਕ ਸਰਕਟ ਬ੍ਰੇਕਰ ਹੈ। ਸਿਕਿਉਰਿਟੀ ਦੀ ਕੀਮਤ 8% ਤੋਂ ਜ਼ਿਆਦਾ ਹੋ ਜਾਂਦੀ ਹੈ। ਇਹ ਸਿਸਟਮ ਵਿਚਾਰ ਨੂੰ ਰੈਗੂਲੇਟ ਕਰਨ ਵਿੱਚ ਮਦਦ ਕਰਦਾ ਹੈ। ਚੌਥਾ, ਅਮਾਨਤ ਦੇ ਸਿਸਟਮ ਦੀ ਪਹਿਚਾਣ ਕਰਨਾ। ਭੌਤਿਕ ਰੂਪ ਵਿੱਚ ਸਿਕਿਉਰਿਟੀਆਂ ਦੀ ਅਦਲਾ ਬਦਲੀ ਵਿੱਚ ਬਹੁਤ ਸਾਰੇ ਸੁਰਾਖ ਹਨ। ਇਹ ਕੇਵਲ ਸਮਾਂ ਖਰਚ ਕਰਨ ਵਾਲੀ ਹੀ ਨਹੀਂ ਸੀ। ਨਾਵਾਂ ਦੇ ਸਥਾਨਾਂਤਰਨ ਲਈ ਸ਼ੇਅਰਾਂ ਦੇ ਭੇਜਣ ਨਾਲ ਟ੍ਰਾਂਜ਼ਿਟ ਵਿੱਚ ਸ਼ੇਅਰਾਂ ਦੀ ਹਾਨੀ ਨਤੀਜਾ ਹੋ ਸਕਦਾ ਹੈ। ਇਸ ਵਿੱਚ ਭੈੜੀਆਂ ਪਹੁੰਚਾਂ ਦਾ ਸਿਸਟਮ ਸੀ ਜਿਸ ਨੇ ਬਹੁਤ ਸਾਰੀਆਂ ਟ੍ਰਾਂਜੈਕਸ਼ਨਾਂ ਨੂੰ ਖਤਮ ਕੀਤਾ। ਜਮ੍ਹਾਂ ਕਰਨ ਦੇ ਸਿਸਟਮ ਨੂੰ NSEI ਵਿੱਚ ਸ਼ਾਮਿਲ ਕੀਤਾ ਗਿਆ ਹੈ। ਕੇਵਲ ਉਨ੍ਹਾਂ ਹੀ ਸਿਕਿਉਰਿਟੀਆਂ ਦਾ NSEI ਤੇ ਵਪਾਰ ਹੋ ਸਕਦਾ ਹੈ ਜੋ ਕਿ ਕੁਝ ਜਮ੍ਹਾਂ ਅਮਾਨਤ ਹੋਵੇ। ਪਹਿਲੇ ਸਿਸਟਮ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਇਸ ਸਿਸਟਮ ਵਿੱਚ ਹੱਲ ਕਰ ਲਿਆ ਗਿਆ ਹੈ। ਪੰਜਵਾਂ, ਇਲੈਕਟ੍ਰੋਨਿਕ ਨਿਪਟਾਰਾ। ਨਿਪਟਾਰਿਆਂ ਦਾ ਮੈਨੂਅਲ ਸਿਸਟਮ ਬਹੁਤ ਲੰਮਾ ਅਤੇ ਸਮਾਂ ਲੈਣ ਵਾਲਾ ਹੁੰਦਾ ਹੈ। NSEI ਨੇ ਇਲੈਕਟ੍ਰੋਨਿਕ ਸੈਟਲਮੈਂਟ ਸਿਸਟਮ ਨੂੰ ਇਜਾਦ ਕੀਤਾ ਜੋ ਕਿ ਸੌਖਾ ਅਤੇ ਤੀਬਰ ਹੈ। ਛਠਾ, ਅੰਤਰਰਾਸ਼ਟਰੀ ਮਿਆਰਾਂ ਨਾਲ ਭਰਪੂਰ। NSEI ਸਿਸਟਮ ਅੰਤਰਰਾਸ਼ਟਰੀ ਮਿਆਰਾਂ ਨਾਲ ਮਾਰਕੀਟ ਅਭਿਆਸਾਂ, ਉਤਪਾਦਾਂ, ਤਕਨੀਕ ਆਦਿ ਤੋਂ ਚਲਾਉਣ ਲਈ ਭਰਪੂਰ ਹੈ। NSEI ਦੀ ਕਾਰਜਸ਼ੀਲਤਾ। ਨਿਪਟਾਰੇ ਵਾਲੇ ਸਾਈਕਲ ਨੂੰ ਟ੍ਰੇਡਿੰਗ ਸਾਈਕਲ ਦੇ ਅੰਤਿਮ ਦਿਨ ਤੋਂ 8 ਦਿਨਾਂ ਵਿਚਕਾਰ ਪੂਰਾ ਕਰ ਲਿਆ ਜਾਂਦਾ ਹੈ। ਟ੍ਰੇਡਿੰਗ ਪੀਰੀਅਡ ਇੱਕ ਹਫ਼ਤੇ ਬੁੱਧਵਾਰ ਤੋਂ ਮੰਗਲਵਾਰ ਤੱਕ ਦਾ ਹੁੰਦਾ ਹੈ ਅਤੇ ਵਪਾਰ ਦਾ ਨਿਪਟਾਰਾ ਅਗਲੇ ਹਫ਼ਤੇ ਵਿੱਚ ਹੋ ਜਾਂਦਾ ਹੈ। NSEI ਕਲੀਅਰਿੰਗ ਕਾਰਪੋਰੇਸ਼ਨ ਸਾਰੇ ਵਪਾਰਾਂ ਨੂੰ ਐਕਸਚੇਂਜ ਤੇ ਕੈਸ਼ ਮਾਰਕੀਟ ਵਿੱਚ ਗਾਰੰਟੀ ਪ੍ਰਦਾਨ ਕਰਦਾ ਹੈ ਅਤੇ ਕਲੀਅਰਿੰਗ ਕਾਰਪੋਰੇਸ਼ਨ ਦਾ ਕਾਊਂਟਰ ਦ੍ਰਿੜ ਕਰਨ ਦੀ ਗਾਰੰਟੀ ਦਿੰਦਾ ਹੈ। NSEI ਤੇ ਕੀਤੇ ਜਾਣ ਵਾਲੇ ਵਪਾਰਾਂ ਲਈ ਅਦਾਇਗੀ ਜਾਂ ਡਿਲੀਵਰੀ ਨਾ ਬਚੇ। ਆਓ ਹੁਣ ਅਸੀਂ ਚਰਚਾ ਕਰਦੇ ਹਾਂ ਓਵਰ ਦ ਕਾਊਂਟਰ ਐਕਸਚੇਂਜ ਆਫ ਇੰਡੀਆ OTCEI। ਓਵਰ ਦ ਕਾਊਂਟਰ ਐਕਸਚੇਂਜ ਆਫ ਇੰਡੀਆ OTCEI ਛੋਟੀਆਂ ਕੰਪਨੀਆਂ ਦੀਆਂ ਸਿਕਿਉਰਿਟੀਆਂ ਲਈ ਇੱਕ ਵਿਕਲਪਿਕ ਮਾਰਕੀਟ ਦੇ ਉਦੇਸ਼ ਨਾਲ ਅਕਤੂਬਰ 1990 ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਐਕਸਚੇਂਜ ਨੂੰ ਇਕੱਠੀਆਂ UTI, ICICI, IDBI, SBI, IFCI,
GIC ਅਤੇ ਕੁਝ ਮਿਊਚੁਅਲ ਫੰਡਾਂ ਨਾਲ ਬਣਾਇਆ ਗਿਆ ਸੀ। ਇੱਕ ਕੰਪਨੀ ਨੂੰ ਇਸ ਐਕਸਚੇਂਜ ਦੀ ਸੂਚੀ ਵਿੱਚ ਦਰਸਾਉਣ ਲਈ ਪ੍ਰਮੋਟਰ ਹੀ ਕੇਵਲ ਉੱਤਰਦਾਈ ਦੇ ਹੱਕਦਾਰ ਹੁੰਦੇ ਹਨ। OTCEI ਦੇ ਮੁੱਖ ਲੱਛਣ ਹਨ। ਪਹਿਲਾ, ਇਹ ਇੱਕ ਘੰਟੀ ਰਹਿਤ ਅਤੇ ਇਲੈਕਟ੍ਰੋਨਿਕ ਰਾਸ਼ਟਰੀ ਸਟਾਕ ਐਕਸਚੇਂਜ ਹੈ। ਇਹ ਇੱਕ ਬਿਨਾਂ ਦਰਸਾਏ ਵਪਾਰਿਕ ਮੰਜ਼ਿਲ ਵਾਲੀ ਐਕਸਚੇਂਜ ਹੈ। ਦੂਜਾ, ਇਹ ਛੋਟੇ ਉਦਯੋਗ ਦੀਆਂ ਲੋੜਾਂ ਦੀ ਪੂਰਤੀ ਕਰਦੀ ਹੈ ਜਿਹੜੀਆਂ ਅਜੇ ਤੱਕ ਸਟਾਕ ਐਕਸਚੇਂਜ ਦੀ ਸੂਚੀ ਵਿੱਚ ਸ਼ਾਮਿਲ ਹੋਣ ਲਈ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੀਆਂ। ਤੀਜਾ, ਇਸ ਐਕਸਚੇਂਜ ਦੀ ਪਹੁੰਚ ਰਾਸ਼ਟਰ ਪੱਧਰੀ ਹੈ। ਮਾਰਕੀਟ ਐਕਸਚੇਂਜ ਦੇ ਆਪਰੇਟਰਾਂ ਦੇ ਬਹੁਤ ਸਾਰੇ ਕਾਊਂਟਰਾਂ ਨਾਲ ਪੂਰੇ ਦੇਸ਼ ਅੰਦਰ ਫੈਲੀ ਹੋਈ ਹੈ। ਚੌਥਾ, ਛੋਟੀਆਂ ਅਤੇ ਮੱਧਮ ਆਕਾਰ ਦੀਆਂ ਕੰਪਨੀਆਂ 30 ਲੱਖ ਰੁਪਏ ਤੋਂ 25 ਕਰੋੜ ਦੀ ਅਦਾਇਗੀ ਨਾਲ ਲਿਸਟ ਵਿੱਚ ਆ ਸਕਦੀਆਂ ਹਨ। ਪੰਜਵਾਂ, OTCEI ਇਕੁਇਟੀ ਸ਼ੇਅਰਾਂ, ਪ੍ਰੈਫਰੈਂਸ ਸ਼ੇਅਰਾਂ, ਬੌਂਡਸ, ਡਿਬੈਂਚਰਾਂ, ਵਾਰੰਟਾਂ ਨਾਲ ਸੰਬੰਧ ਰੱਖਦੀ ਹੈ। ਛਠਾ, ਟ੍ਰੇਡਿੰਗ ਨੂੰ ਸਮਝੌਤਾਵਾਦੀ ਬੋਲੀ ਦੁਆਰਾ ਕੀਤਾ ਜਾਂਦਾ ਹੈ। ਸੱਤਵਾਂ, ਕਿਉਂਕਿ ਸਟਾਕ ਐਕਸਚੇਂਜ ਵਿੱਚ ਪਰੰਪਰਾਵਾਦੀ ਘੰਟੀ ਦਾ ਵਿਰੋਧ ਹੋਇਆ ਸੀ, ਇਸ ਲਈ ਇੱਥੇ ਸਕਰੀਨ ਬੇਸਡ ਟ੍ਰੇਡਿੰਗ ਹੈ। ਟ੍ਰਾਂਜੈਕਸ਼ਨਾਂ ਸੈਟੇਲਾਈਟ ਕਮਿਊਨੀਕੇਸ਼ਨ ਟੈਲੀਫੋਨ ਲਾਈਨਾਂ ਦੁਆਰਾ ਕੀਤੀਆਂ ਜਾਂਦੀਆਂ ਹਨ। ਅੱਠਵਾਂ, ਇੱਕ ਕੰਪਨੀ ਜੋ ਕਿ ਭਾਰਤ ਵਿੱਚ ਕਿਸੇ ਵੀ ਮਾਨਤਾ ਪ੍ਰਾਪਤ ਸਟਾਕ ਐਕਸਚੇਂਜ ਦੀ ਸੂਚੀ ਵਿੱਚ ਹੈ, ਇਕੱਠੀਆਂ OTCEI ਵਿੱਚ ਸੂਚੀ ਦੇ ਯੋਗ ਨਹੀਂ ਹੈ। OTCEI ਦੇ ਮੁੱਖ ਉਦੇਸ਼ ਹਨ: ਵਿਕਲਪਿਕ ਮਾਰਕੀਟ ਨੂੰ ਮੁਹੱਈਆ ਕਰਨਾ, ਪਰੰਪਰਾਗਤ ਟ੍ਰੇਡਿੰਗ ਸਿਸਟਮ ਨੂੰ ਬਦਲਣਾ, ਕੰਪਿਊਟਰਾਈਜ਼ਡ ਟ੍ਰੇਡਿੰਗ ਨੂੰ ਉਤਸ਼ਾਹਿਤ ਕਰਨਾ, ਸਪਸ਼ਟ ਟ੍ਰੇਡਿੰਗ, ਰਾਸ਼ਟਰ ਪੱਧਰੀ ਡੀਲਿੰਗ, ਛੋਟੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਨਾ, ਡੈਬਿਟ ਸੈਗਮੈਂਟ ਦੀ ਮਾਰਕੀਟਿੰਗ। ਪਹਿਲਾ, ਵਿਕਲਪਿਕ ਮਾਰਕੀਟ ਨੂੰ ਮੁਹੱਈਆ ਕਰਨਾ। OTCEI ਦਾ ਮੁੱਖ ਉਦੇਸ਼ ਛੋਟੀਆਂ ਕੰਪਨੀਆਂ, ਕਲੋਜ਼ਲੀ ਹੈਲਡ ਕੰਪਨੀਆਂ ਅਤੇ ਸਰਕਾਰੀ ਕੰਪਨੀਆਂ ਜੋ ਪਰੰਪਰਾਗਤ ਸਟਾਕ ਐਕਸਚੇਂਜ ਵਿੱਚ ਸੂਚੀ ਅੰਦਰ ਨਹੀਂ ਆ ਸਕਦੀਆਂ ਲਈ ਵਿਕਲਪਿਕ ਮਾਰਕੀਟ ਮੁਹੱਈਆ ਕਰਨਾ ਹੈ। ਦੂਜਾ, ਪਰੰਪਰਾਗਤ ਟ੍ਰੇਡਿੰਗ ਸਿਸਟਮ ਨੂੰ ਬਦਲਣਾ। ਪਰੰਪਰਾਗਤ ਫਲੋਰ ਟ੍ਰੇਡਿੰਗ ਸਿਸਟਮ ਨੂੰ OTCEI ਨਾਲ ਬਦਲਿਆ ਗਿਆ ਹੈ। ਦਲਾਲ ਫਲੋਰ ਤੇ ਜਾਂਦੇ ਹਨ ਅਤੇ ਟ੍ਰੈਡੀਸ਼ਨਲ ਸਿਸਟਮ ਵਿੱਚ OTCEI ਦਾ ਉਦੇਸ਼ ਸਿਕਿਉਰਟੀਆਂ ਦੀ ਟ੍ਰੇਡਿੰਗ ਨੂੰ ਫਲੋਰ ਰਹਿਤ ਮੁਹੱਈਆ ਕਰਨਾ ਸੀ। ਤੀਜਾ, ਕੰਪਿਊਟਰੀਕਰਨ ਟ੍ਰੇਡਿੰਗ ਨੂੰ ਉਤਸ਼ਾਹਿਤ ਕਰਨਾ। OTCEI ਨੂੰ ਸਥਾਪਿਤ ਕਰਨ ਦਾ ਇੱਕ ਹੋਰ ਉਦੇਸ਼ ਵੱਖ-ਵੱਖ ਸਿਕਿਉਰਟੀਆਂ ਦੇ ਕੰਪਿਊਟਰੀਕਰਨ ਟ੍ਰੇਡਿੰਗ ਨੂੰ ਉਤਸ਼ਾਹਿਤ ਕਰਨਾ ਸੀ। OTCEI ਵਿੱਚ ਹਰੇਕ ਮੈਂਬਰ ਕੰਪਿਊਟਰਾਈਜ਼ਡ ਨੈਟਵਰਕ ਨਾਲ ਜੁੜਿਆ ਹੈ ਅਤੇ ਟ੍ਰਾਂਜੈਕਸ਼ਨਾਂ ਨੂੰ ਪ੍ਰਾਪਤ ਕੀਤੀਆਂ ਕੋਟੇਸ਼ਨਾਂ ਦੇ ਆਧਾਰ ਤੇ ਰੱਖਿਆ ਜਾਂਦਾ ਹੈ ਅਤੇ ਕੰਪਿਊਟਰਾਈਜ਼ਡ ਸਿਸਟਮ ਦੁਆਰਾ ਪ੍ਰੋਸੈਸ ਕੀਤਾ ਜਾਂਦਾ ਹੈ। ਚੌਥਾ, ਸਪਸ਼ਟ ਟ੍ਰੇਡਿੰਗ। OTCEI ਤੇ ਟ੍ਰਾਂਜੈਕਸ਼ਨਾਂ ਨੂੰ ਕੰਪਿਊਟਰ ਨੈਟਵਰਕ ਦੁਆਰਾ ਕੀਤਾ ਜਾਂਦਾ ਹੈ। ਟ੍ਰਾਂਜੈਕਸ਼ਨਾਂ ਵਿੱਚ ਕਿਸੇ ਕਿਸਮ ਦੀ ਮੈਨੀਪੂਲੇਸ਼ਨ ਦੀ ਕੋਈ ਜਗ੍ਹਾ ਨਹੀਂ ਹੈ। ਨਿਵੇਸ਼ਕ ਆਪਣੇ ਆਪ ਹੀ ਟ੍ਰਾਂਜੈਕਸ਼ਨਾਂ ਦੀ ਡਿਟੇਲ ਨੂੰ ਕੰਪਿਊਟਰ ਤੇ ਦੇਖ ਸਕਦੇ ਹਨ। ਨਿਵੇਸ਼ਕਾਂ ਨਾਲ ਧੋਖੇ ਦਾ ਕੋਈ ਵੀ ਮੌਕਾ ਨਹੀਂ ਹੈ, ਜਿਵੇਂ ਇਹ ਪੁਰਾਣੇ ਵਪਾਰਕ ਸਿਸਟਮ ਵਿੱਚ ਹੁੰਦਾ ਸੀ। ਪੰਜਵਾਂ, ਰਾਸ਼ਟਰ ਪੱਧਰੀ ਡੀਲਿੰਗ। OTCEI ਦੇ ਆਪਰੇਸ਼ਨਾਂ ਨੂੰ ਪੂਰੇ ਦੇਸ਼ ਵਿੱਚ ਫੈਲਾਇਆ ਗਿਆ ਹੈ। ਛੋਟੀਆਂ ਕੰਪਨੀਆਂ ਦੇ ਦਸਤਾਵੇਜ਼ਾਂ ਦਾ ਦੇਸ਼ ਦੇ ਹਰੇਕ ਵਿੱਚ ਵਪਾਰ ਹੁੰਦਾ ਹੈ। ਇਸ ਪ੍ਰਕਾਰ ਖੇਤਰੀ ਟ੍ਰਾਂਜੈਕਸ਼ਨਾਂ ਦੇ ਬੈਰੀਅਰ ਨੂੰ ਖਤਮ ਕੀਤਾ ਗਿਆ ਹੈ। ਛਠਾ, ਛੋਟੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਨਾ। ਘੱਟ ਸ਼ੇਅਰਾਂ ਦੇ ਕਾਰਨ ਛੋਟੀਆਂ ਕੰਪਨੀਆਂ ਦੇ ਸ਼ੇਅਰਾਂ ਨੂੰ ਮੁੱਖ ਸਟਾਕ ਐਕਸਚੇਂਜ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ। ਖੇਤਰੀ ਸਟਾਕ ਐਕਸਚੇਂਜਾਂ ਤੇ ਉਹਨਾਂ ਕੰਪਨੀਆਂ ਨਾਲ
ਭੇਦਭਾਵ ਕੀਤਾ ਜਾਂਦਾ ਸੀ। OTCEI ਉਹਨਾਂ ਕੰਪਨੀਆਂ ਨੂੰ ਟ੍ਰਾਂਜੈਕਟ ਕਰਨ ਲਈ ਲੋੜੀਂਦੀ ਮਾਰਕੀਟ ਪ੍ਰਦਾਨ ਕਰਦੀ ਹੈ। 7ਵਾਂ, ਡੈਬਿਟ ਸੈਗਮੈਂਟ ਦੀ ਮਾਰਕੀਟਿੰਗ। ਖੇਤਰੀ ਸਟਾਕ ਐਕਸਚੇਂਜਾਂ ਕੇਵਲ ਇਕੁਇਟੀ ਬੇਸਡ ਸਿਕਿਉਰਟੀਆਂ ਦੀ ਟ੍ਰੇਡਿੰਗ ਹੀ ਪ੍ਰਦਾਨ ਕਰਦੀਆਂ ਹਨ। OTCEI ਡੈਬਿਟ ਦਸਤਾਵੇਜ਼ਾਂ ਦੀ ਮਨਜ਼ੂਰੀ ਦਿੰਦੀ ਹੈ। ਇਸ ਨੂੰ ਮਾਰਕੀਟ ਲਈ ਡੈਬਿਟ ਸੈਗਮੈਂਟ ਪ੍ਰਦਾਨ ਕਰਨ ਲਈ ਵੀ ਤਿਆਰ ਕੀਤਾ ਗਿਆ ਹੈ। ਇੱਕ ਸਟਾਕ ਐਕਸਚੇਂਜ ਤੇ ਟ੍ਰੇਡਿੰਗ ਵਿਧੀ। ਉਹਨਾਂ ਕੰਪਨੀਆਂ ਦੇ ਸ਼ੇਅਰਾਂ ਦਾ ਵਪਾਰ ਸਟਾਕ ਐਕਸਚੇਂਜ ਤੇ ਹੋ ਸਕਦਾ ਹੈ ਜੋ ਕਿ ਇਸ ਦੀ ਸੂਚੀ ਵਿੱਚ ਹੋਣ। ਇੱਕ ਕੰਪਨੀ ਸਟਾਕ ਐਕਸਚੇਂਜ ਤੇ ਤਦ ਹੀ ਰਜਿਸਟਰ ਕਰ ਸਕਦੀ ਹੈ ਜੋ ਕਿ ਇਸ ਦੇ ਦੁਆਰਾ ਸਥਾਪਿਤ ਫਾਈਨੈਂਸ਼ੀਅਲ ਅਤੇ ਦੂਜੀਆਂ ਲੋੜਾਂ ਨੂੰ ਪੂਰਾ ਕਰਦਾ ਹੋਵੇ। ਪਹਿਲਾਂ ਸ਼ੇਅਰਾਂ ਦੀ ਖਰੀਦ ਅਤੇ ਵੇਚ ਸਟਾਕ ਐਕਸਚੇਂਜ ਦੇ ਵਿੱਚ ਹੀ ਹੁੰਦੀ ਸੀ, ਪਰ ਹੁਣ ਕੰਪਿਊਟਰਾਂ ਦੁਆਰਾ ਕੀਤੀ ਜਾਂਦੀ ਹੈ। ਸਟਾਕ ਐਕਸਚੇਂਜ ਤੇ ਅਪਣਾਈ ਗਈ ਵਿਧੀ ਇਸ ਪ੍ਰਕਾਰ ਹੈ। ਇੱਕ ਦਲਾਲ ਦੀ ਚੋਣ, ਹੁਕਮ ਜਾਰੀ ਕਰਨਾ, ਹੁਕਮ ਅਪਣਾਉਣਾ ਅਤੇ ਨਿਪਟਾਰਾ। ਪਹਿਲਾ, ਇੱਕ ਦਲਾਲ ਦੀ ਚੋਣ। ਪਹਿਲੀ ਕਰਨ ਵਾਲੀ ਚੀਜ਼ ਉਹਨਾਂ ਲਈ ਸਿਕਿਉਰਟੀਆਂ ਦੀ ਖਰੀਦ ਅਤੇ ਵੇਚ ਲਈ ਇੱਕ ਦਲਾਲ ਨੂੰ ਲੱਭਣਾ ਹੈ। ਦੂਜਾ, ਇੱਕ ਹੁਕਮ ਜਾਰੀ ਕਰਨਾ। ਦਲਾਲ ਦੀ ਚੋਣ ਤੋਂ ਬਾਅਦ ਨਿਵੇਸ਼ਕ ਸਿਕਿਉਰਟੀਆਂ ਦੀ ਗਿਣਤੀ ਅਤੇ ਕਿਸਮ ਦਰਸਾ ਸਕਦਾ ਹੈ ਜੋ ਉਹ ਵੇਚਣਾ ਜਾਂ ਖਰੀਦਣਾ ਚਾਹੁੰਦਾ ਹੈ। ਤੀਜਾ, ਹੁਕਮ ਨੂੰ ਅਪਣਾਉਣਾ। ਆਨਲਾਈਨ ਟ੍ਰੇਡਿੰਗ ਵਿੱਚ ਖਰੀਦਣਾ ਅਤੇ ਵੇਚਣਾ ਕੰਪਿਊਟਰ ਤੇ ਹੁੰਦਾ ਹੈ। ਨਿਵੇਸ਼ਕ ਕੰਪਿਊਟਰ ਸਕਰੀਨ ਤੇ ਦਰ ਨੂੰ ਦੇਖ ਸਕਦੇ ਹਨ ਜਿਸ ਤੇ ਟ੍ਰਾਂਜੈਕਸ਼ਨਾਂ ਹੁੰਦੀਆਂ ਹਨ। ਗ੍ਰਾਹਕ ਦੀਆਂ ਹਦਾਇਤਾਂ ਦੇ ਅਨੁਸਾਰ ਦਲਾਲ ਟ੍ਰਾਂਜੈਕਸ਼ਨ ਕਰਦੇ ਹਨ। ਚੌਥਾ, ਨਿਪਟਾਰਾ। ਉਸੇ ਸਥਾਨ ਤੇ ਟ੍ਰਾਂਜੈਕਸ਼ਨਾਂ ਦੀ ਸੂਰਤ ਅੰਦਰ ਸ਼ੇਅਰਾਂ ਦੇ ਸਥਾਨਾਂਤਰਨ ਅਤੇ ਇਲੈਕਟ੍ਰੋਨਿਕ ਵਿਧੀ ਦੁਆਰਾ ਅਦਾਇਗੀ ਰਾਹੀਂ ਤੁਰੰਤ ਨਿਪਟਾਰਾ ਕੀਤਾ ਜਾਂਦਾ ਹੈ। ਫਾਰਵਰਡ ਟ੍ਰੇਡਿੰਗ ਦੀ ਸੂਰਤ ਅੰਦਰ ਨਿਪਟਾਰਾ ਕੁਝ ਦਿਨਾਂ ਬਾਅਦ ਹੁੰਦਾ ਹੈ। ਟ੍ਰਾਂਜੈਕਸ਼ਨ ਨੂੰ ਬਦਲਾ ਚਾਰਜ ਦੇ ਕੇ 15 ਦਿਨ ਜਾਂ 1 ਮਹੀਨਾ ਅੱਗੇ ਲਿਆਉਣ ਲਈ ਪ੍ਰਾਵਧਾਨ ਹੈ। ਅੰਤਰਿਮ ਨਿਪਟਾਰੇ ਵਿੱਚ ਡੀਮੈਟ ਅਕਾਊਂਟ ਦੁਆਰਾ ਪੈਸਿਆਂ ਦੀ ਅਦਾਇਗੀ ਅਤੇ ਸ਼ੇਅਰਾਂ ਦੇ ਸਥਾਨਾਂਤਰਨ ਲਈ ਇੱਕ ਇਲੈਕਟ੍ਰੋਨਿਕ ਬੁੱਕ ਐਂਟਰੀ ਹੈ। ਆਓ ਅਸੀਂ ਸੰਖੇਪ ਕਰੀਏ ਕਿ ਇਸ ਐਪੀਸੋਡ ਵਿੱਚ ਅਸੀਂ ਕੀ ਸਿੱਖਿਆ ਹੈ। ਪਹਿਲਾ, ਇੱਕ ਸਟਾਕ ਐਕਸਚੇਂਜ ਵਿਸ਼ਾਲ ਪੱਧਰ ਤੇ ਸਥਾਪਿਤ ਮਾਰਕੀਟ ਹੈ ਜਿੱਥੇ ਸ਼ੇਅਰ, ਡਿਬੈਂਚਰ ਅਤੇ ਬੌਂਡਸ ਨੂੰ ਖਰੀਦਿਆ ਜਾਂ ਵੇਚਿਆ ਜਾ ਸਕਦਾ ਹੈ। ਇਸ ਦਾ ਮੁੱਖ ਕੰਮ ਸਿਕਿਉਰਟੀਆਂ ਵਿਚਕਾਰ ਸੰਬੰਧ ਬਣਾਉਣਾ ਹੁੰਦਾ ਹੈ ਤਾਂ ਕਿ ਨਿਵੇਸ਼ ਨੂੰ ਜਲਦੀ, ਸਸਤਾ ਅਤੇ ਉਚਿਤ ਢੰਗਾਂ ਨਾਲ ਹੱਥਾਂ ਵਿੱਚ ਬਦਲਿਆ ਜਾ ਸਕੇ। ਇਹ ਇੱਕ ਆਰਗੇਨਾਈਜ਼ਡ ਮਾਰਕੀਟ ਹੈ ਜਿੱਥੇ ਸੈਕੰਡ ਹੈਂਡ ਸਿਕਿਉਰਟੀਆਂ ਨੂੰ ਨਿਵੇਸ਼ ਅਤੇ ਸੱਟੇ ਲਈ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਇਸ ਲਈ ਇੱਕ ਸਟਾਕ ਐਕਸਚੇਂਜ ਨੂੰ ਇੱਕ ਸੈਕੰਡਰੀ ਮਾਰਕੀਟ ਕਿਹਾ ਜਾਂਦਾ ਹੈ। ਦੂਜਾ, ਸਟਾਕ ਐਕਸਚੇਂਜ ਦੁਆਰਾ ਕੀਤੇ ਜਾਣ ਵਾਲੇ ਕੰਮ ਹਨ: ਪੂੰਜੀ ਦੀ ਵਾਪਸੀ ਨੂੰ ਦ੍ਰਿੜ ਕਰਨਾ, ਸਿਕਿਉਰਟੀਆਂ ਲਈ ਲਗਾਤਾਰ ਮਾਰਕੀਟ ਮੁਹੱਈਆ ਕਰਨਾ, ਸਿਕਿਉਰਟੀਆਂ ਦਾ ਮੁਲਾਂਕਣ, ਵਾਧੂ ਬਚਤਾਂ ਨੂੰ ਵਰਤਣਾ, ਨਵੀਂ ਪੂੰਜੀ ਨੂੰ ਪੈਦਾ ਕਰਨ ਲਈ ਮਦਦਗਾਰ, ਵਪਾਰਿਕ ਸਮਝੌਤੇ ਵਿੱਚ ਬਚਾਅ, ਸਿਕਿਉਰਟੀਆਂ ਦੀ ਲਿਸਟ ਬਣਾਉਣਾ, ਪਬਲਿਕ ਡੈਬਿਟ ਲਈ ਪਲੇਟਫਾਰਮ, ਬਿਜ਼ਨਸ ਦੀ ਜਾਣਕਾਰੀ ਲਈ ਕਲੀਅਰਿੰਗ ਹਾਊਸ, ਇਕੋਨੋਮਿਕ ਬੈਰੋਮੀਟਰ। ਤੀਜਾ, ਆਲ ਇੰਡੀਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਿਵੇਂ IDBI, ICICI, IFCI ਅਤੇ ਪਬਲਿਕ ਸੈਕਟਰ ਕਮਰਸ਼ੀਅਲ ਬੈਂਕ ਨੇ ਨਵੰਬਰ 1992 ਵਿੱਚ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ NSEI ਨੂੰ ਸਥਾਪਿਤ ਕੀਤਾ। ਇਸ ਨੇ ਆਪਣਾ ਕੰਮ 1 ਜੁਲਾਈ 1994 ਵਿੱਚ ਸ਼ੁਰੂ ਕੀਤਾ। NSEI ਦੇਸ਼ ਪੱਧਰੀ ਅਤੇ ਆਨਲਾਈਨ ਟ੍ਰੇਡਿੰਗ ਸਹੂਲਤਾਂ ਅਤੇ ਇਲੈਕਟ੍ਰੋਨਿਕ ਕਲੀਅਰਿੰਗ ਅਤੇ ਸੈਟਲਮੈਂਟ ਸਿਸਟਮ ਪ੍ਰਦਾਨ ਕਰਦੀ ਹੈ। ਇਸ ਵਿੱਚ ਕੋਈ ਵੀ ਟ੍ਰੇਡਿੰਗ ਹਾਲ ਨਹੀਂ ਹੈ ਅਤੇ ਮੈਂਬਰ ਆਪਣੀਆਂ ਸਿਕਿਉਰਟੀਆਂ ਆਪਣੇ ਕੰਪਿਊਟਰ ਟਰਮੀਨਲਾਂ ਦੁਆਰਾ ਵੇਚ ਅਤੇ ਖਰੀਦ ਸਕਦੇ ਹਨ
ਜੋ ਕਿ NSEI ਤੇ ਸੈਂਟਰਲ ਕੰਪਿਊਟਰ ਨਾਲ ਜੁੜੇ ਹੋਏ ਹੁੰਦੇ ਹਨ। ਚੌਥਾ, NSEI ਦੇ ਉਦੇਸ਼ ਹਨ ਰਾਸ਼ਟਰੀ ਪੱਧਰੀ ਟ੍ਰੇਡਿੰਗ ਸਹੂਲਤ, ਅੰਡਰ ਕਟਿੰਗ ਨੂੰ ਖਤਮ ਕਰਨਾ, ਟ੍ਰਾਂਜੈਕਸ਼ਨਾਂ ਦੇ ਰੈਗੂਲੇਸ਼ਨ, ਅਮਾਨਤ ਸਿਸਟਮ ਨੂੰ ਲਿਆਉਣਾ, ਇਲੈਕਟ੍ਰੋਨਿਕ ਨਿਪਟਾਰਾ, ਅੰਤਰਰਾਸ਼ਟਰੀ ਮਿਆਰਾਂ ਨਾਲ ਸੰਬੰਧ। ਪੰਜਵਾਂ, ਓਵਰ ਦ ਕਾਊਂਟਰ ਐਕਸਚੇਂਜ ਆਫ ਇੰਡੀਆ OTCEI ਛੋਟੀਆਂ ਕੰਪਨੀਆਂ ਦੀਆਂ ਸਿਕਿਉਰਟੀਆਂ ਲਈ ਇੱਕ ਵਿਕਲਪਿਕ ਮਾਰਕੀਟ ਦੇ ਉਦੇਸ਼ ਨਾਲ ਅਕਤੂਬਰ 1990 ਵਿੱਚ ਸਥਾਪਿਤ ਕੀਤੀ ਗਈ ਸੀ। ਇਸ ਐਕਸਚੇਂਜ ਨੂੰ ਇਕੱਠੀਆਂ UTI, ICICI, IDBI, SBI, IFCI, GIC ਅਤੇ ਕੁਝ ਮਿਊਚੁਅਲ ਫੰਡਾਂ ਨਾਲ ਬਣਾਇਆ ਗਿਆ। ਇੱਕ ਕੰਪਨੀ ਨੂੰ ਇਸ ਐਕਸਚੇਂਜ ਦੀ ਸੂਚੀ ਵਿੱਚ ਦਰਸਾਉਣ ਲਈ ਪ੍ਰਮੋਟਰ ਹੀ ਕੇਵਲ ਉੱਤਰਦਾਈ ਲਈ ਹੱਕਦਾਰ ਹੁੰਦੇ ਹਨ। ਛੇਵਾਂ, OTCEI ਦੇ ਮੁੱਖ ਉਦੇਸ਼ ਹਨ ਵਿਕਲਪਿਕ ਮਾਰਕੀਟ ਦਾ ਮੁਹੱਈਆ ਕਰਨਾ, ਪਰੰਪਰਾਗਤ ਟ੍ਰੇਡਿੰਗ ਸਿਸਟਮ ਨੂੰ ਬਦਲਣਾ, ਕੰਪਿਊਟਰਾਈਜ਼ਡ ਟ੍ਰੇਡਿੰਗ ਨੂੰ ਉਤਸ਼ਾਹਿਤ ਕਰਨਾ, ਪਾਰਦਰਸ਼ਕ ਟ੍ਰੇਡਿੰਗ, ਰਾਸ਼ਟਰ ਵਿਆਪੀ ਵਪਾਰ, ਲਘੂ ਕੰਪਨੀਆਂ ਨੂੰ ਉਤਸ਼ਾਹਿਤ ਕਰਨਾ, ਡੈਬਿਟ ਸੈਗਮੈਂਟ ਦੀ ਮਾਰਕੀਟਿੰਗ। ਸੱਤਵਾਂ, ਇੱਕ ਸਟਾਕ ਐਕਸਚੇਂਜ ਤੇ ਟ੍ਰੇਡਿੰਗ ਵਿਧੀ ਬਣਦੀ ਹੈ। ਇੱਕ ਦਲਾਲ ਦੀ ਚੋਣ ਕਰਨਾ, ਆਰਡਰ ਦੇਣਾ, ਆਰਡਰ ਨੂੰ ਐਗਜ਼ੀਕਿਊਟ ਕਰਨਾ, ਨਿਪਟਾਰਾ। ਇਸ ਐਪੀਸੋਡ ਵਿੱਚ ਤੁਸੀਂ ਸਟਾਕ ਐਕਸਚੇਂਜ ਦੇ ਅਰਥ ਅਤੇ ਕੰਮਾਂ ਬਾਰੇ, NSEI OTCEI ਦੇ ਅਰਥ ਅਤੇ ਉਦੇਸ਼ ਬਾਰੇ ਅਤੇ ਸਟਾਕ ਐਕਸਚੇਂਜ ਦੇ ਟ੍ਰੇਡਿੰਗ ਵਿਧੀ ਬਾਰੇ ਸਿੱਖਿਆ ਹੈ। ਉਮੀਦ ਕਰਦੀ ਹਾਂ ਤੁਹਾਨੂੰ ਇਹ ਐਪੀਸੋਡ ਪੂਰੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ।